ਡੀਅਰ ਸਟੂਡੈਂਟਸ, ਅੱਜ ਆਪਾਂ 12ਵੀਂ ਕਲਾਸ ਜਨਰਲ ਫਾਊਂਡੇਸ਼ਨ ਕੋਰਸ ਦੇ ਪਾਠ ਤੀਜੇ ਦੇ ਪ੍ਰਸ਼ਨ ਉੱਤਰ ਪੜਾਂਗੇ। ਮੈਂ ਇਸ ਨੂੰ ਪਹਿਲਾਂ ਵੀ ਦੱਸਿਆ, ਪਹਿਲਾਂ ਮੈਂ ਚੈਪਟਰ ਕਰਵਾਉਣਾ, ਉਸ ਤੋਂ ਬਾਅਦ ਪ੍ਰਸ਼ਨ ਉੱਤਰ ਦਾ ਜਿਹੜਾ ਮੇਨ ਉਦੇਸ਼ ਆ, ਮੇਨ ਟਾਰਗੇਟ ਆ, ਉਹ ਇਹ ਹੁੰਦਾ ਵੀ ਤੁਸੀਂ ਸਾਰੇ ਚੈਪਟਰ ਦੀ ਦੁਹਰਾਈ ਵੀ ਕਰ ਲਓ ਤੇ ਨਾਲ ਨਾਲ ਪ੍ਰਸ਼ਨਾਂ ਨੂੰ ਯਾਦ ਵੀ ਕਰਨ ਜੋਗੇ ਹੋ ਜਾਓ ਸਮਝ ਕੇ। ਠੀਕ ਹੈ, ਇਸੇ ਏਮ ਨੂੰ ਲੈ ਕੇ ਆਪਾਂ ਹਰੇਕ ਪਾਠ ਤੋਂ ਬਾਅਦ ਪ੍ਰਸ਼ਨ ਉੱਤਰਾਂ ਵਾਲੀ ਵੀਡੀਓ ਲੈ ਕੇ ਆਉਂਦੇ ਹਾਂ। ਪਹਿਲੇ 3 ਵੀਡੀਓਆਂ ਤੋਂ ਬਾਅਦ ਚੌਥੀ ਪ੍ਰਸ਼ਨ ਉੱਤਰ ਦੀ ਵੀਡੀਓ ਸੀ, ਮਤਲਬ ਪਾਠ ਪਹਿਲੇ ਦੀ। ਉਸ ਤੋਂ ਬਾਅਦ ਫਿਰ 3 ਵੀਡੀਓ ਦੂਜੇ ਪਾਠ ਦੀਆਂ ਆਈਆਂ, ਚੌਥੀ ਵੀਡੀਓ ਫਿਰ ਦੂਜੇ ਪਾਠ ਦੇ ਪ੍ਰਸ਼ਨ ਉੱਤਰਾਂ ਦੀ ਸੀ। ਪਰ ਤੀਜੇ ਪਾਠ ਦੀ ਇੱਕੋ ਹੀ ਵੀਡੀਓ ਬਣੀ ਸੀ। ਉਸ ਤੋਂ ਬਾਅਦ ਅਗਲੀ ਵੀਡੀਓ ਪ੍ਰਸ਼ਨ ਉੱਤਰ ਦੀ ਹਾਜ਼ਰ ਆ, ਜਿਹੜੀ ਆਪਾਂ ਅੱਜ ਸੁਣਾਂਗੇ। ਇਹ ਟੌਪਿਕ ਹੋ ਗਿਆ 10ਵਾਂ ਮਤਲਬ ਜਨਰਲ ਫਾਊਂਡੇਸ਼ਨ ਕੋਰਸ ਪਲੱਸ 2 ਜਮਾਤ ਦੀਆਂ ਟੋਟਲ 9 ਵੀਡੀਓਜ਼ ਪਹਿਲਾਂ ਬਣ ਚੁੱਕੀਆਂ ਨੇ। 10ਵੀਂ ਇਹ ਆ। ਠੀਕ ਹੈ, ਮੈਂ ਇੰਨਾ ਜ਼ਰੂਰ ਕਹੂੰਗਾ, ਦੇਖੋ ਲੋਕਡਾਊਨ ਦੇ ਸਮੇਂ ਦੀ ਉਚਿਤ ਵਰਤੋਂ ਲਈ ਸਭ ਤੋਂ ਵਧੀਆ ਮੌਕਾ ਵੀ ਤੁਸੀਂ ਇਹਦੀ ਸਹੀ ਢੰਗ ਨਾਲ ਵਰਤੋਂ ਕਰੋ। ਦੇਖੋ ਲੋਕਡਾਊਨ ਦੇ ਦੌਰਾਨ ਇਹੀ ਮੌਕਾ ਹੁੰਦਾ ਵੀ ਮਤਲਬ ਆਪਾਂ ਜਿਹੜੀ ਸਮੱਸਿਆ ਆਪਣੇ ਸਾਹਮਣੇ ਆ ਬਹੁਤ ਵੱਡੀ, ਉਹ ਸਮੱਸਿਆ ਦੇ ਦੌਰਾਨ ਆਪਣੇ ਸਮੇਂ ਨੂੰ ਯੂਜ਼ ਕਰੀਏ, ਸਿੱਖੀਏ ਕੁਝ। ਕਿਉਂ? ਕਿਉਂਕਿ ਇੱਕ ਤਾਂ ਤੁਹਾਡਾ ਦਿਮਾਗੀ ਬੋਝ, ਪੇਪਰਾਂ ਦਾ ਬੋਝ ਉਹ ਘਟੇਗਾ। ਠੀਕ ਹੈ, ਦੂਜਾ ਗਿਆਨ ਵਿੱਚ ਵਾਧਾ ਹੋਊ। ਚਲੋ ਆਪਾਂ ਟਾਈਮ ਨਹੀਂ ਖਰਾਬ ਕਰਦੇ। ਇਹ ਪਾਠ ਹੈਗਾ ਤੀਜਾ, ਉਦਯੋਗਿਕ ਵਿਕਾਸ ਲਈ ਭਾਰਤ ਵਿੱਚ ਸੰਸਥਾਵਾਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਿਹੜਾ ਇਹ ਪਾਠ ਆ ਇਹਦੇ 'ਚ ਥੋੜਾ ਜਿਹਾ ਯਾਦ ਕਰਨ ਨੂੰ ਮਟੀਰੀਅਲ ਜ਼ਿਆਦਾ, ਇਹ ਤੋਂ ਬਾਅਦ ਅਗਲੇ ਆਪਣੇ ਸਾਰੇ ਪਾਠ ਸਮਝਣ ਵਾਲੇ ਨੇ। ਬਸ ਇਹ ਲਾਸਟ ਤੇ ਪਹਿਲਾ ਪਾਠ ਸੀਗਾ ਜਿਹੜਾ ਸਮਝਣ ਨੂੰ ਘੱਟ, ਯਾਦ ਕਰਨ ਨੂੰ ਜ਼ਿਆਦਾ ਸੀ। ਪਰ ਫਿਰ ਵੀ ਆਪਾਂ ਨੂੰ, ਪਰ ਇਹਦੇ 'ਚ ਛੋਟੇ ਕੁਐਸਚਨ ਬਹੁਤ ਬਣਨ ਦੀ ਉਮੀਦ ਹੁੰਦੀ ਆ। ਮੈਂ ਤੁਹਾਨੂੰ ਦੱਸਿਆ ਸੀ ਫੁੱਲ ਫਾਰਮਸ, ਪੂਰੇ ਨਾਮ। ਠੀਕ ਹੈ, ਜਿਵੇਂ ਕਿਸੇ ਬੈਂਕ SBI, ਸਟੇਟ ਬੈਂਕ ਆਫ ਇੰਡੀਆ, ਕੀ ਕਹਿੰਦੇ ਨੇ ਫੁੱਲ ਫਾਰਮ, ਇਹ ਚੀਜ਼ਾਂ ਬਹੁਤ ਕੁਐਸਚਨ ਬਹੁਤ ਬਣ ਸਕਦੇ ਨੇ, ਇਸ ਲਈ ਧਿਆਨ ਨਾਲ ਸੁਣਿਓ। ਚਲੋ ਆਪਾਂ ਚੱਲਦੇ ਹਾਂ। ਉਦਯੋਗਿਕ ਵਿਕਾਸ ਲਈ ਭਾਰਤ ਵਿੱਚ ਸੰਸਥਾਵਾਂ, ਪਾਠ ਤੀਜੇ ਦੇ ਪ੍ਰਸ਼ਨ ਉੱਤਰ। ਹਾਂਜੀ, ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ ਇਹ। ਪਹਿਲਾ ਪ੍ਰਸ਼ਨ, ਬੈਂਕਾਂ ਦਾ ਰਾਸ਼ਟਰੀਕਰਨ ਹੋਣਾ ਕੀ ਹੁੰਦਾ? ਮਤਲਬ ਪ੍ਰਾਈਵੇਟ ਸੈਕਟਰ ਤੋਂ, ਮੈਂ ਤੁਹਾਨੂੰ ਦੱਸਿਆ ਸੀ, ਪ੍ਰਾਈਵੇਟ ਸੈਕਟਰ ਤੋਂ ਪਬਲਿਕ ਸੈਕਟਰ ਦੇ ਵਿੱਚ ਚਲੇ ਜਾਣਾ। ਬੈਂਕਾਂ ਦਾ ਪ੍ਰਾਈਵੇਟ ਸੈਕਟਰ ਤੋਂ ਪਬਲਿਕ ਸੈਕਟਰ ਦੇ ਵਿੱਚ ਚਲੇ ਜਾਣਾ, ਆਮ ਭਾਸ਼ਾ ਦੇ ਵਿੱਚ ਪ੍ਰਾਈਵੇਟ ਤੋਂ ਸਰਕਾਰੀ ਹੋ ਜਾਣਾ, ਉਹ ਬੈਂਕਾਂ ਦਾ ਰਾਸ਼ਟਰੀਕਰਨ ਹੁੰਦਾ। ਠੀਕ ਹੈ, ਪਹਿਲੀ ਵਾਰ ਮੈਂ ਤੁਹਾਨੂੰ ਦੱਸਿਆ ਸੀ ਕਦੋਂ ਹੋਇਆ ਸੀ, 19 ਜੁਲਾਈ 1969। ਤੇ ਕਿਹੜਾ ਬੈਂਕ ਬਣਿਆ ਸੀ ਰਾਸ਼ਟਰੀਕਰਨ ਤੋਂ ਬਾਅਦ? ਸਟੇਟ ਬੈਂਕ ਆਫ ਇੰਡੀਆ, ਯਾਦ ਰੱਖਣਾ। ਠੀਕ ਹੈ, ਚਲੋ ਪ੍ਰਸ਼ਨ ਨੰਬਰ ਦੂਜਾ, ਪਹਿਲੀ ਵਾਰ ਰਾਸ਼ਟਰੀਕ੍ਰਿਤ ਬੈਂਕ ਕਦੋਂ ਹੋਂਦ ਵਿੱਚ ਆਇਆ? ਦੱਸੋ। 19 ਜੁਲਾਈ 1969, ਯਾਦ ਰੱਖਣੀ ਹੈ ਡੇਟ। ਭਾਰਤ ਵਿੱਚ ਪਹਿਲਾ ਰਾਸ਼ਟਰੀਕ੍ਰਿਤ ਬੈਂਕ ਕਿਹੜਾ ਬਣਿਆ? ਸਟੇਟ ਬੈਂਕ ਆਫ ਇੰਡੀਆ। ਕਿਹੜੇ ਬੈਂਕ ਤੋਂ ਬਣਿਆ ਸੀ, ਕੋਈ ਯਾਦ ਆ? ਇੰਪੀਰੀਅਲ ਬੈਂਕ। ਠੀਕ ਹੈ, ਚਲੋ ਪ੍ਰਸ਼ਨ ਨੰਬਰ ਚੌਥਾ, ਉਦਯੋਗੀਕਰਨ ਲਈ ਕਰਜ਼ਾ ਦੇਣ ਵਾਲੀਆਂ ਕਿਸੇ 2 ਬੈਂਕਾਂ ਦੇ ਨਾਮ ਲਿਖੋ। ਕਰਜ਼ਾ ਉਦਯੋਗੀਕਰਨ ਲਈ ਕਿਉਂ ਦਿੰਦੀਆਂ ਸੀ ਬੈਂਕਾਂ ਕਰਜ਼ਾ? ਆਪਾਂ ਕੀਤਾ ਸੀ ਡਿਸਕਸ। ਸੰਸਥਾਵਾਂ ਕਿਉਂ ਕਰਜ਼ਾ ਦਿੰਦੀਆਂ ਨੇ? ਵੀ ਲੋਕਾਂ ਨੂੰ ਸਬਸਿਡੀ ਵਗੈਰਾ ਦੇ ਕੇ, ਘੱਟ ਵਿਆਜ ਤੇ ਕਰਜ਼ਾ ਦੇ ਕੇ ਇਹ ਪ੍ਰੇਰਿਤ ਕੀਤਾ ਜਾਵੇ ਵੀ ਉਹ ਵੱਧ ਤੋਂ ਵੱਧ ਉਦਯੋਗਾਂ ਦੀ ਸਥਾਪਨਾ ਕਰਨ, ਉਦਯੋਗੀਕਰਨ ਦਾ ਵਿਕਾਸ ਹੋਵੇ, ਇਸ ਲਈ ਕਰਜ਼ਾ ਦਿੱਤਾ ਜਾਂਦਾ। ਕਿਹੜੀਆਂ 2 ਬੈਂਕਾਂ ਨੇ? ਮੇਨ ਬੈਂਕਾਂ ਮੈਂ ਤੁਹਾਨੂੰ ਦੱਸਿਆ ਸੀ, ਵੈਸੇ ਜ਼ਿਆਦਾਤਰ ਸਾਰੀਆਂ ਨੈਸ਼ਨਲਾਈਜ਼ਡ ਬੈਂਕਾਂ, ਹੋਰ ਵੀ ਕਈ ਵਿੱਤੀ ਸੰਸਥਾਵਾਂ ਕਰਜ਼ਾ ਦਿੰਦੀਆਂ ਨੇ, ਪਰ ਆਪਾਂ ਮੇਨ ਦੀ ਕੋਈ ਵੀ 2 ਲਿਖਣੇ ਨੇ, ਇਸ ਲਈ ਜਿਹੜੇ ਆਪਣੇ ਸਿਲੇਬਸ 'ਚ ਵੀ ਨੇ, ਸਟੇਟ ਬੈਂਕ ਆਫ ਇੰਡੀਆ ਤੇ ਪੰਜਾਬ ਨੈਸ਼ਨਲ ਬੈਂਕ। ਬਹੁਤ ਬ੍ਰਾਂਚਸ ਨੇ ਸਟੇਟ ਬੈਂਕ ਆਫ ਇੰਡੀਆ, ਨੰਬਰ 1 ਬ੍ਰਾਂਚਸ ਨੇ ਇੰਡੀਆ ਦੇ ਵਿੱਚ ਇਸ ਬੈਂਕ ਦੀਆਂ। ਠੀਕ ਹੈ, ਇਹ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ, ਇਹ ਆਮ ਤੌਰ ਤੇ ਬਹੁਤ ਮਸ਼ਹੂਰ ਬੈਂਕ ਨੇ, ਜਿਹੜੇ ਲਗਭਗ ਹਰ ਸ਼ਹਿਰ ਦੇ ਵਿੱਚ ਹੀ ਮੌਜੂਦ ਨੇ। ਇਹ ਬੈਂਕਾਂ ਉਦਯੋਗੀਕਰਨ ਲਈ ਕਰਜ਼ਾ ਦਿੰਦੀਆਂ ਨੇ। ਚਲੋ ਪ੍ਰਸ਼ਨ ਨੰਬਰ 5ਵਾਂ, ਭਾਰਤ ਵਿੱਚ ਉਦਯੋਗਿਕ ਵਿਕਾਸ ਲਈ ਕਿਹੜੇ ਮੁੱਖ ਵਿਭਾਗ ਰੋਲ ਅਦਾ ਕਰਦੇ ਨੇ? ਮਾਲੀਆ ਵਿਭਾਗ, ਬਿਜਲੀ ਤੇ ਪਾਣੀ ਵਿਭਾਗ, ਟੈਕਸ ਵਿਭਾਗ, ਮਿਊਨਿਸਪਲ ਕਾਰਪੋਰੇਸ਼ਨ। ਪਤਾ ਹੀ ਹੈ ਤੁਹਾਨੂੰ, ਟੈਕਸ ਨਾਲ ਸੰਬੰਧਿਤ ਬਿਜਲੀ ਪਾਣੀ ਦਾ ਵਿਭਾਗ। ਠੀਕ ਹੈ, ਤੇ ਇਹ ਯਾਦ ਹੀ ਕਰਨੇ ਨੇ, ਜਸਟ ਮਿਊਨਿਸਪਲ ਕਾਰਪੋਰੇਸ਼ਨ ਰੋਲ ਨਹੀਂ ਲਿਖਣੇ ਵੀ ਕੀ ਰੋਲ ਨੇ, ਉਹ ਆਪਣੇ ਸਿਲੇਬਸ 'ਚ ਨਹੀਂ। ਪ੍ਰਸ਼ਨ ਨੰਬਰ 6ਵਾਂ, ਮਿਊਨਿਸਪਲ ਕਾਰਪੋਰੇਸ਼ਨ ਕਿਸ ਢੰਗ ਨਾਲ ਉਦਮੀ ਦੀ ਮਦਦ ਕਰਦਾ ਹੈ? ਤੁਸੀਂ ਸੁਣਿਆ ਹੋਊ ਆਪਣੇ ਪ੍ਰਾਪਰਟੀ ਟੈਕਸ ਲੱਗਦਾ, ਮਤਲਬ ਆਪਾਂ ਬਿਲਡਿੰਗ ਜਗ੍ਹਾ ਖਰੀਦਦੇ ਹਾਂ ਉਹ ਤੇ ਟੈਕਸ ਲੱਗਦਾ।
ਉਹ ਮਿਊਨਿਸਪਲ ਕਾਰਪੋਰੇਸ਼ਨ ਲੈਂਦਾ ਤੇ ਮਿਊਨਿਸਪਲ ਕਾਰਪੋਰੇਸ਼ਨ ਕਿਸ ਢੰਗ ਨਾਲ ਉਦਮੀ ਦੀ ਮਦਦ ਕਰ ਸਕਦਾ? ਟੈਕਸ 'ਚ ਰਾਹਤ ਮਿਲ ਜੂ। ਇੰਨੀ ਪ੍ਰਾਪਰਟੀ ਲੈ ਲਓ ਭਾਈ, ਟੈਕਸ ਦੇ ਵਿੱਚ ਛੋਟ ਦੇ ਦੇਣਗੇ ਸਰਕਾਰੀ ਤੌਰ ਤੇ। ਠੀਕ ਹੈ, ਇਹਨੂੰ ਕਹਿੰਦੇ ਨੇ ਪ੍ਰਾਪਰਟੀ ਟੈਕਸ ਵਿੱਚ ਰਾਹਤ ਰਾਹਤ ਹੈ, ਰਾਹਤ ਪ੍ਰਦਾਨ ਕਰਕੇ। ਚਲੋ, ਕਿਸੇ ਦੋ ਵਿੱਤੀ ਸੰਸਥਾਵਾਂ ਦੇ ਨਾਂ ਲਿਖੋ। ਬਹੁਤ ਪੜ੍ਹੇ ਸੀ ਪਿੱਛੇ ਜੇ। ਵੈਸੇ ਤਾਂ ਵਿੱਤੀ ਸੰਸਥਾਵਾਂ ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ ਇਹ ਵੀ ਨੇ, ਪਰ ਆਪਾਂ ਹੋਰ ਅਲੱਗ ਥੋੜਾ ਜਿਹਾ ਲਿਖ ਦਈਏ, ਸਿਡਬੀ ਤੇ SFC। ਇਹਦੀਆਂ ਫੁੱਲ ਫਾਰਮਾਂ ਅੱਗੇ ਪੜ੍ਹਦੇ ਹਾਂ। ਪ੍ਰਸ਼ਨ ਨੰਬਰ 8ਵਾਂ, ਸਿਡਬੀ ਦਾ ਪੂਰਾ ਨਾਮ ਲਿਖੋ। ਯਾਦ ਆ, स्मॉल इंडस्ट्रीज डेवलपमेंट बैंक ऑफ इंडिया। स्मॉल मैंने लघु, इंडस्ट्रीज मैंने उद्योग, डेवलपमेंट मैंने विकास, बैंक मैंने बैंक, इंडिया मैंने भारत। मतलब भारतीय लघु उद्योग विकास बैंक। एस फॉर स्मॉल, आई फॉर इंडस्ट्रीज, डी फॉर डेवलपमेंट, बी फॉर बैंक, आई फॉर इंडिया। सिडबी। ये फुल फॉर्म्स जरूर याद रखियो। भारतीय लघु उद्योग विकास बैंक। प्रश्न नंबर 9वां, IFCI केड़ा? IFCI इंडस्ट्रियल फाइनेंशियल कारपोरेशन ऑफ इंडिया। ए इंडस्ट्रियल मैंने उद्योगिक, फाइनेंशियल मैंने वित्तीय, कॉरपोरेशन मैंने कारपोरेशन, इंडिया मैंने भारत। ठीक है, आप लिख सकते हैं उद्योगिक वित्त कारपोरेशन ऑफ इंडिया या भारतीय उद्योगिक वित्त कारपोरेशन। अगला प्रश्न, NSIC का पूरा नाम लिखो। ये सब पीछे पढ़ के आए हो। नेशनल स्मॉल इंडस्ट्रीज कॉरपोरेशन। नेशनल मैंने राष्ट्रीय, केंद्रीय, स्मॉल मैंने लघु, इंडस्ट्रीज मैंने उद्योग, कारपोरेशन मैंने कारपोरेशन। ठीक है, राष्ट्रीय लघु उद्योग कारपोरेशन। N फॉर नेशनल, S फॉर स्मॉल, I फॉर इंडस्ट्रीज, C फॉर कॉरपोरेशन। अगला 11वां, मैं तुहानूं दस्सिया सी पंजाब दी एक संस्था SFC, पंजाब PSFC भी कह सकते, पंजाब स्टेट फाइनेंशियल कारपोरेशन, पर ਇਹ ਰਾਜ ਪੱਧਰੀ ਹੁੰਦੀ ਆ, ਹੋਰ ਰਾਜਾਂ 'ਚ ਵੀ ਹੈਗੀ ਹੈ, ਜਿਹਦੇ ਕਰਕੇ ਆਪਾਂ ਇਹਦਾ ਨਾਮ SFC ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ। ਸਟੇਟ ਮੈਨੇ ਰਾਜ, ਸਟੇਟ, ਠੀਕ ਹੈ, ਪ੍ਰਦੇਸ਼, फाइनेंशियल मैंने वित्ती, कारपोरेशन मैंने कारपोरेशन, राज वित्त कारपोरेशन। जे दे अगे पी लगा दोगे पेपर च PSFC आ जे तो पंजाब स्टेट फाइनेंशियल कारपोरेशन। ठीक है, सिडो SIDO स्मॉल इंडस्ट्रीज डिवेलपमेंट ऑर्गेनाइजेशन। प्रश्न नंबर 8वां ते प्रश्न नंबर 12वां सिडबी ते सिडो काफी हद तक सेम ने, पहले 3 शब्दों का मीनिंग सेम आ, इनू मिला के याद करो। S फॉर स्मॉल, उधर भी S फॉर स्मॉल, I फॉर इंडस्ट्रीज उधर भी, D फॉर डेवलपमेंट उधर भी, बस इतने O पैगी, उथे BI बैंक ऑफ इंडिया, उरे O ऑर्गेनाइजेशन। ठीक है, इन्हों दोनों नू मैच करके पढ़ियो। प्रश्न नंबर 8वां ते प्रश्न नंबर 12वां। 13वां DIC का पूरा नाम लिखो। तुसी कहोगे तो कदे सुनिया नहीं, ये तुहाडे सिलेबस च नहीं सी इस बार, पर उन्होंने ये नहीं कहा सिलेबस दे विच भी किहड़ियां संस्थावां, होर भी कई संस्थावां ने जिन्हां दे आपां घट्टो घट्ट फुल नेम तो याद रखिए। डिस्ट्रिक्ट इंडस्ट्रीज सेंटर नाम तो ही पता लगे, डिस्ट्रिक्ट मैंने जिला पद्धरी, इंडस्ट्रीज मैंने उद्योग केंद्र, जिला पद्धर का उद्योगिक केंद्र। SICC ਇਹਦਾ ਕੀ ਪੂਰਾ ਨਾਮ ਆ? स्मॉल इंडस्ट्रीज सर्विस इंस्टीट्यूट। स्मॉल मैंने लघु, इंडस्ट्रीज मैंने उद्योग, सर्विस मैंने सेवा, इंस्टीट्यूट मैंने इंस्टीट्यूट या संस्था। ठीक है, हुण अगला प्रश्न नंबर 15वां SSIDC। यह नवा नाम आ गया, स्टेट स्मॉल इंडस्ट्रीज डिवेलपमेंट कॉरपोरेशन। जे हुण मान लो पेपर दे विच SSIDC ही आ जे, ठीक है, तो किवें लिखोगे, की काम करदी है? पहली गल तो एक लाइन तो घट्टो घट लिखो भी, स्टेट फॉर राज, मतलब राज पद्धरी संस्था है, याद रखना। स्टेट स्मॉल राज, लघु उद्योग, इंडस्ट्रीज फॉर उद्योग, डेवलपमेंट विकास, कारपोरेशन राज लघु उद्योगिक विकास कारपोरेशन। ठीक है, प्रश्न नंबर 16वां ट्रेनिंग सहायक संस्थावां किहड़ियां ट्रेनिंग दिंदियां ने उद्यमियां नूं? क्यों दिंदे ने? याद आ कुछ? उद्यमियां नूं ट्रेनिंग क्यों दित्ती जांदी है? उद्यमियां नूं ट्रेनिंग तां दित्ती जांदी आ भी उद्यमी एक्सपर्ट होके, उद्यमी जे किसी विषय दे विच, किसी प्रोडक्ट की पैदावार दे विच एक्सपर्ट नहीं भी हैगे, माहर नहीं भी हैगे, तां भी उन्हां नूं एक्सपर्ट कीता जा सके। ये ट्रेनिंगां दे दौरान की कुछ दस दिंदे ने, किहड़ा प्रोडक्ट बनाउण दा फायदा,
ਜੇਕਰ ਇੱਕ ਪ੍ਰੋਡਕਟ ਬਾਰੇ ਦੱਸਦੇ ਨੇ ਤਾਂ ਕਿੱਥੋਂ ਕੱਚਾ ਮਾਲ ਮਿਲੂਗਾ, ਠੀਕ ਹੈ, ਕਿੰਨਾ ਕੁ ਖਰਚਾ ਆ ਜਾਊਗਾ, ਕਿੰਨਾ ਕੁ ਬਜਟ ਬਣੂਗਾ, ਬਹੁਤ ਕੁਝ ਦੱਸਦੇ ਨੇ ਟ੍ਰੇਨਿੰਗਾਂ ਦੇ ਦੌਰਾਨ। ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ? ਨਬਾਰਡ ਤੇ ਡੀਆਈਸੀ ਪਿੱਛੇ ਪੜ੍ਹ ਕੇ ਆਏ ਹੋ, ਡਿਸਟ੍ਰਿਕਟ ਇੰਡਸਟਰੀਜ਼ ਸੈਂਟਰ, ਠੀਕ ਹੈ। ਤੇ ਨਬਾਰਡ ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਨਾਮ ਤੋਂ ਹੀ ਪਤਾ ਲੱਗ ਗਿਆ ਹੂ, ਨੈਸ਼ਨਲ ਰਾਸ਼ਟਰੀ ਬੈਂਕ ਐਗਰੀਕਲਚਰ ਖੇਤੀਬਾੜੀ, ਠੀਕ ਹੈ, ਰੂਰਲ ਪੇਂਡੂ ਡਿਵੈਲਪਮੈਂਟ ਵਿਕਾਸ, ਮਤਲਬ ਖੇਤੀਬਾੜੀ ਤੇ ਰੂਰਲ ਪੇਂਡੂ ਵਿਕਾਸ ਨਾਲ ਸੰਬੰਧਿਤ ਸੰਸਥਾ। ਇਹ ਬੈਂਕ ਆ ਇੱਕ ਤਰ੍ਹਾਂ ਦਾ, ਠੀਕ ਹੈ। ਤੇ ਹੁਣ ਤੁਸੀਂ ਧਿਆਨ ਰੱਖਿਓ, ਜਦੋਂ ਫੁੱਲ ਫਾਰਮ ਯਾਦ ਕਰਨੀ ਆ ਬਾਰ-ਬਾਰ ਰਿਵਾਈਜ਼ ਕਰਨਾ, ਜਿਵੇਂ ਐਨ ਫॉर ਨੈਸ਼ਨਲ, ਬੀ ਫॉर ਬੈਂਕ, ਫॉर ਐਗਰੀਕਲਚਰ, ਆਰ ਫॉर ਰੂਰਲ, ਡੀ ਫॉर ਡਿਵੈਲਪਮੈਂਟ। ਸਿਡੋ ਦੀ ਸਥਾਪਨਾ ਕਦੋਂ ਹੋਈ ਹੋਣਾ ਸੀ, ਬਣਾਈ ਗਈ, ਲਿਖਿਆ ਪਿਆ 1954। ਭਾਰਤ ਦੇਸ਼ ਕਦੋਂ ਆਜ਼ਾਦ ਹੋਇਆ? 1947। 7 ਸਾਲਾਂ ਬਾਅਦ ਇਹਦੀ ਸੰਸਥਾ ਹੋਈ ਸੀ। ਕਿੰਨੇ ਸਾਲਾਂ ਬਾਅਦ? 7 ਸਾਲਾਂ ਬਾਅਦ। ਸਿਡੋ ਕਿਸ ਦੁਆਰਾ ਸਥਾਪਿਤ ਕੀਤੀ ਗਈ ਸੀ? ਫੋਰਡ ਫਾਊਂਡੇਸ਼ਨ। ਇਹ ਪਿਛਲੀ ਵੀਡੀਓ ਦੇਖੋ ਫਿਰ ਪਤਾ ਲੱਗੂਗਾ। ਸਿਡੋ ਦਾ ਮੁਖੀ ਕੌਣ ਹੁੰਦਾ? ਵਧੀਕ ਸੈਕਟਰੀ ਅਤੇ ਵਿਕਾਸ ਕਮਿਸ਼ਨਰ। ਸਿਡੋ ਦਾ ਉਦੇਸ਼ ਕੀ ਆ? ਸਿਡੋ ਦਾ ਉਦੇਸ਼ ਕੀ ਆ? ਦੇਖੋ, ਸਿਡੋ ਦਾ ਉਦੇਸ਼ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਆਰਗੇਨਾਈਜੇਸ਼ਨ, ਮਤਲਬ ਸਮਾਲ ਲਘੂ ਉਦਯੋਗਾਂ ਦਾ ਵਿਕਾਸ ਕਰਨਾ। ਸਿਡੋ ਦੇ ਕੋਈ 2 ਕੰਮ ਲਿਖੋ। ਲਘੂ ਉਦਯੋਗਾਂ ਲਈ ਤਕਨੀਕੀ, ਆਰਥਿਕ, ਪ੍ਰਬੰਧਕੀ ਸਲਾਹ ਦੇਣੀ। ਪਹਿਲੀ ਗੱਲ, ਕਿਹੜੇ ਕਿਸਮ ਦੀ ਸਲਾਹ? ਤਕਨੀਕੀ, ਟੈਕਨੀਕਲ, ਮਸ਼ੀਨਾਂ ਬਾਰੇ, ਉਪਕਰਨਾਂ ਬਾਰੇ, ਟੈਕਨੋਲੋਜੀ ਬਾਰੇ। ਆਰਥਿਕ, ਪੈਸੇ ਨਾਲ ਸੰਬੰਧਿਤ, ਕਿੱਥੋਂ ਮਿਲੂ, ਕਿਵੇਂ ਮਿਲੂ, ਕਿੰਨੇ ਵਿਆਜ ਤੇ ਮਿਲੂ, ਸਾਰਾ ਕੁਝ। ਪ੍ਰਬੰਧਕੀ ਮਤਲਬ ਕਿਵੇਂ ਚਲਾਉਣਾ। ਅਤੇ ਟੈਸਟਿੰਗ ਕੇਂਦਰ ਸਥਾਪਿਤ ਕਰਨੇ। ਇੱਥੇ ਪ੍ਰੋਡਕਟਾਂ ਦੀ ਟੈਸਟਿੰਗ ਦੇ ਕੇਂਦਰ ਵੀ ਸਥਾਪਿਤ ਕਰਵਾਉਂਦੀ ਆ। NSIC ਦੀ ਸਥਾਪਨਾ ਕਿਹੜੇ ਸਾਲ ਵਿੱਚ? 1955। 1 ਸਾਲ ਤੋਂ ਬਾਅਦ, ਸਿਡੋ ਤੋਂ ਬਾਅਦ NSIC ਦੀ ਸਥਾਪਨਾ ਹੋਈ। ਕਿਹਦੇ ਦੁਆਰਾ ਹੋਈ? ਭਾਰਤ ਸਰਕਾਰ ਦੁਆਰਾ। NSIC ਦਾ ਪ੍ਰਬੰਧਕ ਕੌਣ ਆ? ਮਤਲਬ ਕਿਹੜੀ ਸੰਸਥਾ, ਕਿਹੜੀ ਮਿਨਿਸਟਰੀ ਆ? ਮਿਨਿਸਟਰੀ ਦਾ ਮੰਤਰਾਲਾ। ਕਿਹੜਾ ਮੰਤਰਾਲਾ? ਮਿਨਿਸਟਰੀ ਆਫ ਮਾਈਕਰੋਮੀਟਰਸ ਐਂਟਰਪ੍ਰਾਈਜ਼ ਆਫ ਇੰਡੀਆ। NSIC ਦਾ ਮੁੱਖ ਦਫ਼ਤਰ ਦਿੱਲੀ। ਮੋਸਟਲੀ ਮੁੱਖ ਦਫ਼ਤਰ ਦਿੱਲੀ ਨੇ। ਕਿਉਂ? ਕਿਉਂਕਿ ਦਿੱਲੀ ਆਪਣੀ ਦੇਸ਼ ਦੀ ਰਾਜਧਾਨੀ ਆ, ਕੈਪੀਟਲ ਆ, ਦਿੱਲੀ ਸੈਂਟਰ ਆ, ਠੀਕ ਹੈ। NSIC ਦਾ ਕੋਈ ਇੱਕ ਕੰਮ ਲਿਖੋ। ਲਘੂ ਉਦਯੋਗ ਦੇ ਵਰਕਰਾਂ ਨੂੰ ਟ੍ਰੇਨਿੰਗ ਦੇਣਾ। ਸਿਡਬੀ ਕਿਹੜੇ ਬੈਂਕ ਦਾ ਹਿੱਸਾ ਸੀ? ਆਪਾਂ ਯਾਦ ਕੀਤਾ ਸੀ, ਐਸ ਕੱਟ ਦੋ, IDBI ਦਾ, ਠੀਕ ਹੈ। ਸਿਡਬੀ ਦੀ ਸਥਾਪਨਾ 2 ਅਪ੍ਰੈਲ 1990। ਇਹ ਤਾਂ ਪਿੱਛੇ ਜਿਹੀ ਹੋਈ ਆ, ਅੱਜ ਤੋਂ 30 ਸਾਲ ਪਹਿਲਾਂ, ਠੀਕ ਹੈ। ਸਿਡਬੀ ਦੀ ਸਥਾਪਨਾ ਕਿਹੜੇ ਐਕਟ ਰਾਹੀਂ ਬਣਾਈ ਗਈ? ਪਾਰਲੀਮੈਂਟ ਐਕਟ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਸੀ ਪਾਰਲੀਮੈਂਟ ਦੇ ਵਿੱਚ, ਭਾਰਤੀ ਸੰਸਦ ਦੇ ਵਿੱਚ ਐਕਟ ਪਾਸ ਕੀਤੇ ਜਾਂਦੇ ਨੇ, ਉਸ ਐਕਟ ਦੇ ਰਾਹੀਂ ਇਹ ਬਣਾਈ ਗਈ। ਛੋਟੀਆਂ ਅਤੇ ਸਿਡਬੀ ਦਾ ਕੋਈ ਇੱਕ ਕੰਮ ਲਿਖੋ। ਛੋਟੀਆਂ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਘੱਟ ਵਿਆਜ ਤੇ ਲੋਨ ਦੇਣਾ, ਮਤਲਬ ਲੋਨ ਦੇਣਾ, ਸਮਝ ਕੇ ਕਰਜ਼ਾ ਦੇਣਾ ਘੱਟ ਵਿਆਜ ਤੇ। ਇਹਦਾ ਪਤਾ ਹੀ ਆ, ਘੱਟ ਵਿਆਜ ਤੇ ਦੇਣੀ ਹੈ ਤਾਂ ਹੀ ਲੋਕ ਪ੍ਰੇਰਿਤ ਹੋਣਗੇ। 32ਵਾਂ ਕੁਐਸਚਨ ਮੈਂ ਤੁਹਾਨੂੰ ਦੱਸਿਆ ਸੀ, ਪਿੱਛੇ ਇੱਕ ਕੁਐਸਚਨ ਆਇਆ ਸੀ SFC, ਉਸੇ ਦਾ P ਅੱਗੇ ਲਗਾਤੀ, ਪੰਜਾਬ ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ। ਇਹਦਾ ਉਦੇਸ਼ ਲਿਖੋ, ਵਿੱਤੀ ਸਹਾਇਤਾ ਪ੍ਰਦਾਨ ਕਰਨਾ। ਫਾਈਨੈਂਸ਼ੀਅਲ ਮੈਨੇ ਵਿੱਤੀ, ਮਤਲਬ ਵਿੱਤੀ ਸਹਾਇਤਾ ਦੇਊਗੀ। PSFC ਕਿਹੜੇ ਐਕਟ ਅਧੀਨ ਪੰਜੀਕ੍ਰਿਤ ਹੈ? ਮਤਲਬ ਰਜਿਸਟਰਡ ਹੈ। ਰਾਜ ਵਿੱਤ ਕਾਰਪੋਰੇਸ਼ਨ ਐਕਟ 1951, ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ ਐਕਟ 1951। ਸਥਾਪਨਾ ਕਦੋਂ ਹੋਈ ਸੀ? 1953। ਮਤਲਬ ਸਿਡੋ ਤੋਂ 1 ਸਾਲ ਪਹਿਲਾਂ, NSIC ਤੋਂ 2 ਸਾਲ ਪਹਿਲਾਂ, 1 ਫਰਵਰੀ 1953 ਨੂੰ। PSFC ਕਿਹੜੇ ਕੰਮਾਂ ਲਈ ਲੋਨ ਦਿੰਦੀ ਆ? ਜਗ੍ਹਾ ਲੈਣ ਲਈ, ਮਸ਼ੀਨਰੀ ਖਰੀਦਣ ਲਈ। ਉਹ ਆਪਾਂ ਉੱਪਰ ਹੀ ਕਰ ਚੁੱਕਿਆ 32ਵੇਂ ਕੁਐਸਚਨ ਦੇ ਵਿੱਚ ਵੀ, ਇਹਦਾ ਕੰਮ ਹੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ, ਤਾਂ ਲੋਨ ਦਿੰਦੀ ਆ। PSFC ਦਾ ਮੁੱਖ ਦਫ਼ਤਰ ਚੰਡੀਗੜ੍ਹ। ਕਿਉਂ? ਪੰਜਾਬ ਦੀ ਆ। ਪੰਜਾਬ ਦੀ ਰਾਜਧਾਨੀ ਕਿਹੜੀ ਆ? ਚੰਡੀਗੜ੍ਹ। PSFC ਦੇ ਪੰਜਾਬ ਵਿੱਚ ਕਿੰਨੇ ਦਫ਼ਤਰ ਹਨ? 9। ਕਿਹੜੇ ਜ਼ਿਲ੍ਹੇ? ਮੇਨ ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ, ਪਟਿਆਲਾ, ਮੋਹਾਲੀ, ਸੰਗਰੂਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਠੀਕ ਹੈ। ਬਾਕੀ ਅੱਜ ਦੀ ਡੇਟ 'ਚ ਕੋਈ ਹੋਰ ਖੁੱਲ ਗਿਆ ਹੋਵੇ ਤਾਂ ਕਿਰਪਾ ਕਰਕੇ ਇਸ ਸਾਈਟ ਨੂੰ, ਇਹਨਾਂ ਦੀ ਸਾਈਟ ਨੂੰ ਦੇਖੋ, ਇਸ ਸੰਸਥਾ ਦੀ ਨੂੰ। PSFC ਦੇ ਕੰਮ ਲਿਖੋ। ਔਰਤ ਵਰਕਰਾਂ ਨੂੰ ਅੱਗੇ ਵਧਣ ਲਈ ਮੌਕਾ ਪ੍ਰਦਾਨ ਕਰਨਾ ਤੇ ਪ੍ਰੇਰਿਤ ਕਰਨਾ, ਤਾਂ ਕਿ ਔਰਤਾਂ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।
SSIDC संस्था की स्थापना कदों हुई 1962 विच। ਇਹਦਾ ਉਦੇਸ਼ ਕੀ ਆ? ਉਦਯੋਗ ਲਈ ਜਗ੍ਹਾ ਦਾ ਪ੍ਰਬੰਧ ਤੇ ਕੱਚੇ ਮਾਲ ਦਾ ਪ੍ਰਬੰਧ ਕਰਨਾ। ਠੀਕ ਹੈ, ਯਾਦ ਰੱਖਣਾ, ਜਗ੍ਹਾ ਵੀ ਤੇ ਕੱਚਾ ਮਾਲ ਵੀ। ਨਾਈਸਬਰਡ ਦਾ ਪੂਰਾ ਨਾਮ ਲਿਖੋ, NIESBUD। ਇਹ ਯਾਦ ਕਰਨਾ ਔਖਾ, ਸਭ ਤੋਂ ਵੱਡਾ ਨਾਮ 7 ਅੱਖਰ ਨੇ, 7 ਯਾਦ ਕਰੋ। N for National, I for Institute of Entrepreneurship ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ, ਰਾਸ਼ਟਰੀ ਉਦਮਤਾ ਅਤੇ ਲਘੂ ਉਦਯੋਗ ਵਿਕਾਸ ਇੰਸਟੀਚਿਊਟ। ਠੀਕ ਹੈ, ਇਹਦਾ ਕੰਮ ਕੀ ਹੈ? ਇੰਸਟੀਚਿਊਟ ਮਤਲਬ ਟ੍ਰੇਨਿੰਗ ਹੀ ਦਊਗਾ। ਇੰਸਟੀਚਿਊਟ ਤਾਂ ਕਰਕੇ ਐਂ ਵੀ ਯਾਦ ਰੱਖ ਸਕਦੇ ਹੋ, ਸ਼ਬਦਾਂ ਵਿੱਚੋਂ ਆਨਸਰ ਲੱਭੀ ਦਾ ਹੁੰਦਾ। ਠੀਕ ਹੈ, ਜਦੋਂ ਐਂਡ ਤੇ ਤੁਹਾਨੂੰ ਯਾਦ ਆ ਗਿਆ ਵੀ ਇਹ ਤਾਂ ਇੰਸਟੀਚਿਊਟ ਸੀਗਾ, ਤਾਂ ਮੋਸਟਲੀ ਟ੍ਰੇਨਿੰਗ ਤਾਂ ਦਊਗਾ ਹੀ। DIC ਦਾ ਪੂਰਾ ਨਾਮ ਲਿਖੋ, ਪਿੱਛੇ ਆ ਚੁੱਕਿਆ, ਡਿਸਟ੍ਰਿਕਟ ਇੰਡਸਟਰੀਜ਼ ਸੈਂਟਰ। ਸਥਾਪਨਾ ਕਿਹੜੇ ਸਾਲ ਵਿੱਚ ਹੋਈ? 1977। DIC ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਭਾਰਤ ਸਰਕਾਰ ਦੁਆਰਾ। ਹਰੇਕ ਜ਼ਿਲ੍ਹਾ ਪੱਧਰ ਦੇ ਦਫ਼ਤਰ ਹੁੰਦੇ ਨੇ। DIO ਦਾ ਪੂਰਾ ਨਾਮ ਲਿਖੋ, ਡਿਸਟ੍ਰਿਕਟ ਇੰਡਸਟਰੀਜ਼। C for ਸੈਂਟਰ ਸੀ, O for ਆਫਿਸਰ ਆ, ਜਿਹੜਾ ਉਸ ਸੈਂਟਰ ਦੇ ਵਿੱਚ ਬਹਿੰਦਾ। ਅੱਗੇ DIC ਦਾ ਕੋਈ ਇੱਕ ਕੰਮ ਲਿਖੋ, ਕੀ ਕੰਮ ਆ? ਸਰਕਾਰ ਦੁਆਰਾ ਘੋਸ਼ਿਤ ਕੀਤੀਆਂ ਪਾਲਿਸੀਆਂ ਨੂੰ ਲਾਗੂ ਕਰਨਾ ਸਾਰੇ ਦੇਸ਼ ਦੇ ਵਿੱਚ, ਸਾਰੇ ਡਿਸਟ੍ਰਿਕਟ ਦੇ ਵਿੱਚ, ਆਪੋ ਆਪਣੇ ਡਿਸਟ੍ਰਿਕਟ ਦੇ ਵਿੱਚ। ਠੀਕ ਹੈ, ਇਹ ਸੀਗੇ ਪਾਠ ਤੀਜਾ ਜਨਰਲ ਫਾਊਂਡੇਸ਼ਨ ਕੋਰਸ ਦੇ ਪ੍ਰਸ਼ਨ ਉੱਤਰ। ਇਹ ਸਿਰਫ ਦੁਹਰਾਈ ਆ। ਇਸ ਤੋਂ ਬਾਅਦ ਹੁਣ ਆਪਣਾ ਅਗਲਾ ਪੜਾਅ ਤੁਹਾਨੂੰ ਪਤਾ ਕੀ ਹੁੰਦਾ, ਆਪਾਂ ਟੈਸਟ ਲਵਾਂਗੇ ਤੀਜੇ ਪਾਠ ਦਾ। ਠੀਕ ਹੈ, ਤੀਜੇ ਪਾਠ ਦਾ ਟੈਸਟ ਲੈਣ ਤੋਂ ਬਾਅਦ ਮੇਰੀ ਕੋਸ਼ਿਸ਼ ਇਹ ਰਹੂਗੀ ਵੀ ਤਿੰਨੋਂ ਚੈਪਟਰਾਂ ਦਾ ਇੱਕ ਵਾਰ ਟੈਸਟ ਲਿਆ ਜਾਵੇ ਧਿਆਨ ਨਾਲ। ਠੀਕ ਹੈ, ਪਰ ਇਹ ਪੱਕਾ ਨਹੀਂ, ਇਹ ਆਪਾਂ ਮੌਕੇ ਤੇ ਦੇਖਦੇ ਹਾਂ। ਨਹੀਂ ਤੁਹਾਡੇ ਲਈ ਜਲਦੀ ਹਾਜ਼ਰ ਹੋਊਗੀ ਚੌਥੇ ਚੈਪਟਰ ਦੀ ਪਹਿਲੀ ਵੀਡੀਓ। ਇਹਨਾਂ ਵੀਡੀਓਜ਼ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ, ਤਾਂ ਤੁਹਾਡੇ ਫਾਇਦੇ ਲਈ ਬਣਾਈਆਂ ਗਈਆਂ ਨੇ। ਕੱਲਾ ਇਹ ਟਾਰਗੇਟ ਨਹੀਂ ਵੀ ਟੀਚਰ ਨੇ ਭੇਜਤੀ ਆਪਾਂ ਸੁਣੀ ਨਹੀਂ, ਕੋਈ ਗੱਲ ਨਹੀਂ ਪਈ ਰਹਿਣ ਦਿਓ, ਟੀਚਰ ਤਾਂ ਕਹਿੰਦੇ ਹੀ ਨੇ। ਪਰ ਬੇਟਾ ਤੁਸੀਂ ਇਹ ਦੇਖੋ, ਟੀਚਰ ਤੁਹਾਡੇ ਲਈ ਸਾਰੇ ਪੰਜਾਬ ਦੇ ਟੀਚਰ, ਤੁਹਾਡੇ ਲਈ ਇੰਡੀਆ ਦੇ ਟੀਚਰ ਤੁਹਾਡੇ ਲਈ ਮਿਹਨਤ ਕਰ ਰਹੇ ਨੇ। ਤੁਹਾਡਾ ਵੀ ਕੁਝ ਫਰਜ਼ ਬਣਦਾ, ਘੱਟੋ ਘੱਟ ਪੜ੍ਹੋ ਤਾਂ ਸਹੀ, ਸਮਝੋ ਤਾਂ ਸਹੀ। ਜੇ ਦੇਖੋ ਇਹਦੇ ਚ ਨੁਕਸਾਨ ਕੁੱਲ ਮਿਲਾ ਕੇ ਤੁਹਾਡਾ ਹੀ ਹੋਣਾ ਜੇ ਤੁਸੀਂ ਅੱਜ ਨਹੀਂ ਪੜ੍ਹਦੇ। ਠੀਕ ਹੈ, ਤੁਸੀਂ ਦੇਖੋ ਵੀ ਇੰਨੀ ਮਿਹਨਤ ਦੇ ਬਾਵਜੂਦ ਵੀ ਜੇ ਤੁਸੀਂ ਟੀਚਰਸ ਨੂੰ ਰਿਸਪੌਂਸ ਨਹੀਂ ਦਿੰਦੇ ਤਾਂ ਤੁਹਾਡੀ ਕਿਤੇ ਨਾ ਕਿਤੇ ਗਲਤੀ ਹੈ ਬੇਟਾ, ਉਹਨੂੰ ਸੁਧਾਰੋ, ਸਮਝੋ, ਪੜ੍ਹੋ। ਠੀਕ ਹੈ, ਇਸੇ ਨਾਲ ਹੀ ਮੇਰਾ ਟੌਪਿਕ ਅੱਜ ਦਾ ਖਤਮ। ਤੁਹਾਨੂੰ ਪਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜੇਕਰ ਕੋਈ ਸਮੱਸਿਆ ਤਾਂ ਮੇਰੇ ਮੋਬਾਈਲ ਨੰਬਰ ਤੇ ਕਾਲ ਕਰੋ। ਇਸੇ ਨਾਲ ਹੀ ਅੱਜ ਦਾ ਟੌਪਿਕ ਖਤਮ। ਧੰਨਵਾਦ।